हेलो फ्रेंड, मेरे यूट्यूब चैनल लेट्स डू इट ਤੇ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਆਪਣੀ ਕਲਾਸਿਸ ਚੱਲ ਰਹੀ ਸੀ ਜੀ ਈਟੀਟੀ ਸੈਕੰਡ ਈਅਰ ਅਤੇ ਫਸਟ ਈਅਰ ਦੀ। ਤਾਂ ਉਹਦੇ ਵਿੱਚ ਲਰਨਿੰਗ ਥਿਊਰੀ ਜਿਹੜਾ ਸੈਕੰਡ ਈਅਰ ਦੇ ਵਿੱਚ ਆਪਣਾ ਇੱਕ ਸਬਜੈਕਟ ਹੈ ਦੀ ਗਿਆਨ ਸਿੱਖਣ ਅਤੇ ਸਮਾਜਿਕ ਸੱਭਿਆਚਾਰ ਪ੍ਰਸੰਗ ਦਾ, ਉਹਦੇ ਵਿੱਚ ਆਪਣੀ ਲਰਨਿੰਗ ਥਿਊਰੀਜ਼ ਹੈ। ਇਹ ਜਿਹੜਾ ਹਰ ਆਪਣਾ ਟੀਚਿੰਗ ਐਗਜ਼ਾਮ ਹੁੰਦਾ ਹੈ ਉਹਦੇ ਵਿੱਚ ਐਜ਼ ਏ ਟੀਚਰ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਪੜ੍ਹਾ ਸਕਦੇ ਹੋ, ਉਹਦੇ ਲਈ ਬਹੁਤ ਇੰਪੋਰਟੈਂਟ ਹੈ ਜੀ। ਤਾਂ ਜੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਜਿਹੜੀ ਪਾਵਲੋਵ ਦੁਆਰਾ ਕੁੱਤੇ ਦੇ ਪ੍ਰਯੋਗ ਕਰਕੇ ਦਿੱਤੀ ਗਈ ਹੈ, ਇਹ ਮੈਂ ਥਿਊਰੀ ਜਿਹੜਾ ਇਹਦਾ ਓਵਰਵਿਊ ਹੈ ਉਹ ਕਰਵਾ ਦਿੱਤਾ ਸੀ। ਪਹਿਲਾ ਪਾਰਟ ਆਪਣਾ ਕੰਪਲੀਟ ਹੋ ਗਿਆ ਹੈ। ਜੇਕਰ ਤੁਸੀਂ ਹਾਲੇ ਵੀ ਪਹਿਲਾ ਪਾਰਟ ਨਹੀਂ ਵੇਖਿਆ ਹੈ ਤਾਂ ਪਲੇਲਿਸਟ ਦੇ ਵਿੱਚ ਵੀ ਹੋਏਗਾ। ਇਸ ਤੋਂ ਇਲਾਵਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦੇ ਦਿਆਂਗਾ। ਆਈ ਬਟਨ ਦੇ ਵਿੱਚ ਤੁਸੀਂ ਉੱਤੇ ਵੇਖ ਸਕਦੇ ਹੋ, ਇੱਕ ਸਕਰੋਲ ਬਾਰ ਦੇ ਵਿੱਚ ਇਹ ਆਏਗਾ, ਤੁਸੀਂ ਉੱਥੇ ਕਲਿੱਕ ਕਰਕੇ ਵੀ ਵੇਖ ਸਕਦੇ ਹੋ। ਪਹਿਲਾ ਪਾਰਟ ਵੇਖ ਕੇ ਤਾਂ ਸੈਕਿੰਡ ਵਾਰ ਸਟਾਰਟ ਕਰ ਲੈਣਾ ਜੀ। ਤਾਂ ਜੀ ਅੱਜ ਦੀ ਜਿਹੜੀ ਆਪਣੀ ਥਿਊਰੀ ਹੈ ਉਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਇਸ ਥਿਊਰੀ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ? ਲਰਨਿੰਗ ਥਿਊਰੀਜ਼ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਐਜ਼ ਏ ਟੀਚਰ ਆਪਣੇ ਬੱਚਿਆਂ 'ਤੇ ਪ੍ਰਯੋਗ ਕਰਕੇ ਆਪਣੇ ਬੱਚਿਆਂ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਪੜ੍ਹਾ ਸਕਦੇ ਹੋ। ਉਹਨਾਂ ਦੀ ਸਿੱਖਣ ਦੀ ਜਿਹੜੀ ਸਮਰੱਥ ਹੈ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜਿਹੜੀ ਕਮੀ ਆ ਰਹੀ ਹੈ, ਆਪਣੀ ਟੈਕਨੀਕਸ ਨੂੰ ਤੁਸੀਂ ਬਦਲ ਕੇ ਉਸ ਨੂੰ ਇੱਕ ਚੰਗਾ ਵਿਦਿਆਰਥੀ ਬਣਾ ਕੇ ਉਸ ਦੀ ਸਹਾਇਤਾ ਕਰ ਸਕਦੇ ਹੋ। ਜਿਹੜੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਹੈ ਇਹ ਜਿਹੜੇ ਵਿਵਹਾਰਵਾਦੀ ਹੋਏ ਹਨ, ਜਿਵੇਂ ਪਾਵਲੋਵ, ਥਾਰਨਡਾਈਕ, ਸਕਿਨਰ, ਵਾਟਸਨ। ਜਿਹੜਾ ਵਾਟਸਨ ਹੈ ਜੀ ਉਹ ਵਿਵਹਾਰਵਾਦ ਦਾ ਪਿਤਾਮਹ ਹੈ। ਇਹਨਾਂ ਨੇ ਵੱਖ-ਵੱਖ ਤਰੀਕੇ ਦੀ ਜਿਹੜੀ ਕੰਡੀਸ਼ਨਿੰਗ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਹੋਵੇ, ਟਰਾਇਲ ਐਂਡ ਐਰਰ ਥਿਊਰੀ ਹੋਵੇ, ਇਹ ਵੱਖ-ਵੱਖ ਤਰੀਕੇ ਦੀ ਥਿਊਰੀ ਦਿੱਤੀ ਹੈ। ਉਹਦੇ ਵਿੱਚੋਂ ਹੀ ਇੱਕ ਆਪਣੀ ਥਿਊਰੀ ਹੈ ਜੀ ਕਲਾਸੀਕਲ ਕੰਡੀਸ਼ਨਿੰਗ, ਜਿਸ ਦੇ ਵੱਖ-ਵੱਖ ਨਾਂ ਹੈ ਸਹਿਜ ਅਨੁਕੂਲਨ ਸਿਧਾਂਤ। ਇਹਨਾਂ ਨੇ ਕਿਸ 'ਤੇ ਪ੍ਰਯੋਗ? ਕੁੱਤੇ 'ਤੇ ਪ੍ਰਯੋਗ ਕੀਤਾ ਸੀ ਜੀ। ਇਹਦੇ ਵਿੱਚ ਦੋ ਸ਼ਬਦ ਬੜੇ ਇੰਪੋਰਟੈਂਟ ਹੈ, ਅਨੁਕੂਲਨ, ਉਦੀਪਕ ਅਤੇ ਅਨੁਬੰਧਨ। ਅਨੁਬੰਧਨ ਕੀ ਹੁੰਦਾ ਹੈ ਅਤੇ ਉਦੀਪਕ ਕੀ ਹੁੰਦਾ ਹੈ, ਅਤੇ ਨੈਚੁਰਲ ਜਿਹੜਾ ਸਟਿਮੂਲਸ ਕੀ ਹੁੰਦਾ ਹੈ ਅਤੇ ਬਣਾਉਟੀ ਸਟਿਮੂਲਸ ਕੀ ਹੁੰਦਾ ਹੈ ਜੀ। ਸਟਿਮੂਲਸ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ, ਇਹ ਸਾਰਾ ਕੁਝ ਆਪਾਂ ਇਸ ਥਿਊਰੀ ਦੇ ਵਿੱਚ ਉਸ ਦਿਨ ਪੜ੍ਹਿਆ ਸੀ ਜੀ। ਕੁੱਤੇ ਦੇ ਪ੍ਰਯੋਗ ਬਾਰੇ ਆਪਾਂ ਪੜ੍ਹਿਆ ਸੀ। ਥੋੜ੍ਹਾ ਜਿਹਾ ਮੈਂ ਸਪੀਡਲੀ ਰਿਵਾਈਜ਼ ਕਰ ਦਿੰਦਾ ਹਾਂ। ਉਸ ਤੋਂ ਬਾਅਦ ਹੈ ਜੀ ਇਹ ਇਸ ਥਿਊਰੀ ਦੇ ਨਾਂ ਹੈ, ਵੱਖ-ਵੱਖ ਤਰੀਕੇ ਦੇ ਨਾਂ ਹੈ ਜੀ। ਕੀ ਨਾਂ ਹੈ? ਸਹਿਜ ਅਨੁਕੂਲਨ ਸਿਧਾਂਤ, ਅਨੁਕੂਲਨ ਅਨੁਕਿਰਿਆ ਸਿਧਾਂਤ, ਸੰਬੰਧਿਤ ਕਿਰਿਆ ਦਾ ਸਿਧਾਂਤ, ਕਲਾਸੀਕਲ ਕੰਡੀਸ਼ਨਿੰਗ ਥਿਊਰੀ, ਕੰਡੀਸ਼ਨਰ ਰਿਸਪੌਂਸ ਥਿਊਰੀ ਔਰ ਕੰਡੀਸ਼ਨਰ ਰਿਫਲੈਕਸ ਥਿਊਰੀ। ਇਹ ਆਪਣੀ ਥਿਊਰੀਜ਼ ਦੇ ਨਾਂ ਸੀ ਜੀ। ਇਹ ਤਿੰਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਪ੍ਰਸ਼ਨ ਪੁੱਛ ਸਕਦਾ ਹੈ। ਪ੍ਰਸ਼ਨ 2 ਨੰਬਰ ਦੇ ਵਿੱਚ ਵੀ ਆ ਸਕਦਾ ਹੈ ਜੀ। ਇਸ ਤੋਂ ਇਲਾਵਾ ਜੋ ਵੀ ਟੀਚਿੰਗ ਐਗਜ਼ਾਮ MCQs ਬੇਸਡ ਹੁੰਦੇ ਹਨ ਉਹਨਾਂ ਦੇ ਵਿੱਚੋਂ ਪੁੱਛ ਸਕਦਾ ਜੀ ਕਿਹੜਾ ਇਹਨਾਂ ਦੇ ਵਿੱਚੋਂ ਪਾਵਲੋਵ ਦਾ ਥਿਊਰੀ ਹੈ। ਤਾਂ ਤੁਸੀਂ ਇਹ ਤਿੰਨੋਂ ਨਾਂ ਯਾਦ ਰੱਖਣੇ ਹੈ। ਇਸ ਤੋਂ ਇਲਾਵਾ ETT ਦੇ ਸੈਕਿੰਡ ਪੇਪਰ ਦੇ ਵਿੱਚ ਤੁਹਾਡਾ ਇਹ 8 ਨੰਬਰ ਤੋਂ ਲੈ ਕੇ 2-5 ਨੰਬਰ ਦੇ ਵਿੱਚ ਵੀ ਕੁਐਸਚਨ ਪੁੱਛ ਸਕਦਾ ਹੈ। ਉਸ ਤੋਂ ਬਾਅਦ ਪਾਵਲੋਵ ਦੇ ਬਾਰੇ ਪੜ੍ਹਿਆ ਸੀ। ਪਾਵਲੋਵ ਕੌਣ ਸੀ ਜੀ? ਪਾਵਲੋਵ ਇੱਕ ਰਸ਼ੀਆ ਦਾ ਵਿਗਿਆਨਿਕ ਮਨੋਵਿਗਿਆਨਿਕ ਸੀ। ਇਸ ਨੂੰ 1904 ਦੇ ਵਿੱਚ ਜਿਹੜਾ ਇਹ ਪ੍ਰਯੋਗ ਕੀਤਾ ਸੀ ਮੈਡੀਸਨ ਦੇ ਵਿੱਚ ਐਜ਼ ਏ ਸਾਈਕੋਲੋਜਿਸਟ, ਇਸ ਨੂੰ ਇਹ ਮਿਲਿਆ ਸੀ ਜੀ ਨੋਬਲ ਪੁਰਸਕਾਰ। ਇਹ ਹੈ ਜੀ ਇਸ ਨੇ ਕੁੱਤੇ 'ਤੇ ਜਿਹੜਾ ਪ੍ਰਯੋਗ ਕੀਤਾ ਸੀ। ਇਸ ਨੇ ਇੱਕ ਟਿਊਬ ਦੀ ਨਲੀ ਲਾ ਕੇ ਇਸ ਨੂੰ ਇੱਕ ਲਾਰ ਦਾ ਜਿਹੜਾ ਇਹ ਬਾਕਸ ਬਣਾਇਆ ਹੋਇਆ ਸੀ ਉਹਦੇ ਵਿੱਚ ਉਹਨੂੰ ਫਿੱਟ ਕੀਤਾ। ਉਹਨੇ ਆਪਣੇ ਪ੍ਰਯੋਗ ਦੇ ਵਿੱਚ ਇਹ ਸਿੱਧ ਕੀਤਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸੰਬੰਧਿਤ ਸਹਿ ਇਨਕ੍ਰਿਆ ਦੇ ਦੁਆਰਾ ਜਿਹੜਾ ਨੈਚੁਰਲ ਜਿਹੜਾ ਰਿਸਪੌਂਸ ਹੈ, ਤੁਸੀਂ ਕੁੱਤੇ ਦੇ ਅੱਗੇ ਜਦੋਂ ਭੋਜਨ ਰੱਖਦੇ ਹੋ ਤਾਂ ਉਹਦੇ ਮੂੰਹ ਦੇ ਵਿੱਚੋਂ ਜਿਹੜੀ ਸਲੈਵਾ ਨਿਕਲਦਾ ਹੈ, ਲਾਰ ਨਿਕਲਦੀ ਹੈ। ਜਦੋਂ ਇਸੇ ਨੂੰ ਕਿਸੇ ਬਣਾਉਟੀ ਉਦੀਪਕ ਦੇ ਨਾਲ ਤੁਸੀਂ ਜੋੜ ਦਿੰਦੇ ਹੋ ਤਾਂ ਵੀ ਉਹ ਲਾਰ ਨਿਕਲਦੀ। ਇਸ ਤਰੀਕੇ ਦਾ ਉਸ ਦਾ ਜਿਹੜਾ ਪ੍ਰਯੋਗ ਸੀ ਜੀ। ਤਾਂ ਇਸ ਦੇ ਵਿੱਚ ਇਹ ਆਪਾਂ ਵੱਖ-ਵੱਖ ਤਰੀਕੇ ਦੇ ਜਿਹੜੇ ਆਪਾਂ ਵੇਖੇ ਸੀ। ਇਹਦੇ ਵਿੱਚ ਬਿਫੋਰ ਕੰਡੀਸ਼ਨਿੰਗ ਕੀ ਸੀ ਜੀ? ਜਿਵੇਂ ਤੁਸੀਂ ਸਿੱਧਾ ਘੰਟੀ ਵਜਾਉਂਦੇ ਸੀ, ਕੁੱਤਾ ਕੋਈ ਰਿਸਪੌਂਸ ਨਹੀਂ ਦਿੰਦਾ ਸੀ। ਜਿਹੜਾ ਆਪਾਂ ਪਹਿਲਾਂ ਕਰਕੇ ਵੇਖਿਆ ਸੀ, ਇਹ ਕੋਈ ਰਿਸਪੌਂਸ ਨਹੀਂ ਦਿੰਦਾ। ਫਿਰ ਤੁਸੀਂ ਜਿਹੜਾ ਨੈਚੁਰਲ ਜਿਹੜਾ ਅਨਕੰਡੀਸ਼ਨਲ ਸਟਿਮੂਲਸ ਹੈ, ਤੁਸੀਂ ਉਹਦੇ ਅੱਗੇ ਭੋਜਨ ਰੱਖਿਆ ਜੀ, ਕੁੱਤਾ ਲਾਰ ਜ਼ਰੂਰ ਛੱਡੇਗਾ। ਇਸ ਤੋਂ ਬਾਅਦ ਤੁਸੀਂ ਕੀ ਕੀਤਾ? ਡਿਊਰਿੰਗ ਜਿਹੜੀ ਕੰਡੀਸ਼ਨਿੰਗ, ਜਦੋਂ ਕੰਡੀਸ਼ਨਿੰਗ ਤੁਸੀਂ ਇਹ ਬਣਾਉਣੀ ਸ਼ੁਰੂ ਕੀਤੀ ਤਾਂ ਤੁਸੀਂ ਪਹਿਲਾਂ ਭੋਜਨ ਰੱਖਿਆ ਜੀ, ਉਹਦੇ ਨਾਲ ਤੁਸੀਂ ਘੰਟੀ ਵਜਾਈ ਤਾਂ ਉਹਨੇ ਕੀ ਕੀਤਾ ਜੀ? ਕੁੱਤੇ ਨੇ ਲਾਰ ਉਹਦੇ ਮੂੰਹ ਵਿੱਚੋਂ ਨਿਕਲਣੀ ਸ਼ੁਰੂ ਹੋ ਗਈ। ਆਫਟਰ ਜਦੋਂ ਤੁਸੀਂ ਅਨੁਬੰਧਨ ਕਰਾ ਦਿੱਤਾ, ਕੰਡੀਸ਼ਨਿੰਗ ਪੂਰੀ ਹੋ ਗਈ, ਜਦੋਂ ਤੁਸੀਂ ਸਿਰਫ ਘੰਟੀ ਹੀ ਵਜਾਉਂਦੇ ਹੋ ਤਾਂ ਕੁੱਤੇ ਦੇ ਮੂੰਹ ਵਿੱਚੋਂ ਕੀ ਨਿਕਲਦੀ ਹੈ ਜੀ? ਲਾਰ ਨਿਕਲਦੀ ਹੈ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਬਣਾਉਟੀ ਉਦੀਪਕ ਨੂੰ ਜਿਹੜਾ ਨੈਚੁਰਲ ਉਦੀਪਕ ਜਿਹੜਾ ਆਪਣਾ ਹੈ ਉਹਦੇ ਨਾਲ ਤੁਸੀਂ ਸਟਿਮੂਲਸ ਦੇ ਨਾਲ ਜੋੜ ਦਿੱਤਾ, ਜਿਸ ਨਾਲ ਹੁਣ ਘੰਟੀ ਵਜਾਉਣ 'ਤੇ ਵੀ ਉਸ ਦੇ ਕੁੱਤੇ ਦੇ ਮੂੰਹ ਵਿੱਚੋਂ ਲਾਰ ਨਿਕਲਦੀ ਹੈ। ਤਾਂ ਇਹ ਪ੍ਰਯੋਗ ਜਿਹੜਾ ਪਾਵਲੋਵ ਨੇ ਕੀਤਾ ਸੀ, ਇਹ ਆਪਣਾ ਜਿਹੜਾ ਹੁਣ ਤੱਕ ਦਾ ਜਿਹੜਾ ਪਹਿਲੀ ਕਲਾਸ ਦੇ ਵਿੱਚ ਥੋੜ੍ਹਾ ਆਪਣਾ ਹੋਇਆ ਸੀ ਉਹਦਾ ਇਹ ਓਵਰਵਿਊ ਹੈ ਜੀ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਕਿ ਤੁਸੀਂ ਐਜ਼ ਏ ਟੀਚਰ ਜਿਹੜਾ ਇਹ ਪ੍ਰਯੋਗ ਹੈ ਜੀ ਅਨੁਕੂਲਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕੀ ਨੇ, ਅਤੇ ਤੁਸੀਂ ਐਜ਼ ਏ ਟੀਚਰ ਇਸ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੋਏਗਾ ਉਹਦੇ ਵਿੱਚ ਕਿਵੇਂ ਪ੍ਰਯੋਗ ਕਰ ਸਕਦੇ ਹੋ ਜੀ। ਤਾਂ ਆਪਾਂ ਸਟਾਰਟ ਕਰਦੇ ਹਾਂ।
ਜਿਹੜੇ ਅਨੁਕੂਲਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਕਾਰਕ ਹੈ ਜੀ ਆਪਣਾ ਕੀ ਹੈ ਜੀ, ਪ੍ਰੇਰਨਾ। ਤੁਹਾਨੂੰ ਬੱਚੇ ਨੂੰ ਪ੍ਰੇਰਿਤ ਜ਼ਰੂਰ ਕਰਨਾ ਚਾਹੀਦਾ ਹੈ ਜੀ। ਪ੍ਰੇਰਨਾ ਤੋਂ ਬਿਨਾਂ ਸਿੱਖਣਾ ਸੰਭਵ ਨਹੀਂ ਹੈ, ਕਿਉਂਕਿ ਇਹ ਟਰਾਇਲ ਐਂਡ ਐਰਰ ਥਿਊਰੀ ਜਦੋਂ ਆਪਾਂ ਕੀਤੀ ਸੀ, ਉਹਦੇ ਵਿੱਚ ਵੀ ਕਿਹਾ ਸੀ ਥਾਰਡਾਈਕ ਨੇ ਕਿ ਜਦੋਂ ਤੱਕ ਲਰਨਰ ਸਿੱਖਣ ਦੇ ਲਈ ਤਿਆਰ ਨਹੀਂ ਹੈ, ਤਤਪਰ ਨਹੀਂ ਹੈ, ਤਦ ਤੱਕ ਤੁਸੀਂ ਉਸ ਨੂੰ ਸਿਖਾ ਨਹੀਂ ਸਕਦੇ। ਤਾਂ ਪ੍ਰੇਰਨਾ, ਮੋਟੀਵੇਸ਼ਨ ਜ਼ਰੂਰੀ ਹੈ ਜੀ। ਪਾਵਲੋ ਦੇ ਪ੍ਰਯੋਗ ਵਿੱਚ ਕੁੱਤਾ ਭੁੱਖਾ ਹੋਣ ਕਰਕੇ ਹੀ ਕੀ ਕਰ ਰਿਹਾ ਸੀ ਜੀ, ਭੋਜਨ ਦੇ ਲਈ ਉਹ ਕੋਸ਼ਿਸ਼ ਕਰ ਰਿਹਾ ਸੀ। ਜੇਕਰ ਉਹ ਭੁੱਖਾ ਨਾ ਹੁੰਦਾ ਤਾਂ ਉਹ ਕਦੇ ਵੀ ਕੀ ਨਹੀਂ ਕਰਦਾ ਜੀ, ਉਹ ਘੰਟੀ ਵੱਜਣ 'ਤੇ ਜਾਂ ਹੋਰ ਕਿਸੇ ਦੀ ਪਰਵਾਹ ਨਾ ਕਰਦਾ, ਅਤੇ ਉਹ ਭੋਜਨ ਦੀ ਜਿਹੜੀ ਲਾਲਸਾ ਸੀ ਉਹਦੇ ਵਿੱਚ ਨਾ ਹੁੰਦੀ, ਕਿਉਂਕਿ ਉਹ ਪੂਰਾ ਭੁੱਖਾ ਨਹੀਂ ਸੀ। ਤਾਂ ਇਸ ਦੇ ਲਈ ਤੁਸੀਂ ਕਿਸੇ ਕੰਮ ਨੂੰ ਕਰਨ ਦੇ ਲਈ ਤੁਸੀਂ ਪੂਰਾ ਪ੍ਰੇਰਿਤ ਹੋਣਾ ਜ਼ਰੂਰੀ ਹੈ ਜੀ। ਇਸ ਲਈ ਵਿਅਕਤੀ ਨੂੰ ਸਿਖਾਉਣ ਲਈ ਉਚਿਤ ਰੂਪ ਵਿੱਚ ਪ੍ਰੇਰਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਦੂਜਾ ਹੈ ਜੀ ਆਪਣਾ ਦੁਹਰਾਈ, ਮੋਸਟ ਇੰਪੋਰਟੈਂਟ ਹੈ ਜੀ। ਜਿਹੜੇ ਵਿਵਹਾਰਵਾਦੀ ਹੋਏ ਹਨ ਉਹ ਸਾਰੇ ਦੁਹਰਾਉਣ ਉੱਤੇ ਬਹੁਤ ਜ਼ੋਰ ਦਿੰਦੇ ਹਨ, ਰਿਪੀਟੇਸ਼ਨ ਉੱਤੇ ਜ਼ੋਰ ਦਿੰਦੇ ਹਨ। ਨਵਾਂ ਅਤੇ ਪੁਰਾਣਾ ਉਤੇਜਕ ਜਦੋਂ ਵਾਰ-ਵਾਰ ਦੁਹਰਾਇਆ ਜਾਂਦਾ ਹੈ ਤਾਂ ਕੀ ਹੁੰਦਾ ਜੀ, ਇਸ ਪ੍ਰਕਾਰ ਨਾਲ ਉਤੇਜਕ ਜਿਹੜਾ ਹੁੰਦਾ ਹੈ, ਜਿਹੜਾ ਸਟਿਮੂਲਸ ਹੈ, ਉਹ ਪ੍ਰਭਾਵਸ਼ੀਲ ਬਣ ਜਾਂਦਾ ਜੀ। ਤੁਸੀਂ ਬਾਰ-ਬਾਰ ਭੋਜਨ ਰੱਖਦੇ ਹੋ, ਭੋਜਨ ਦੇ ਨਾਲ ਤੁਸੀਂ ਘੰਟੀ ਵਜਾਉਂਦੇ ਹੋ, ਤਾਂ ਉਹਨਾਂ ਦੋਨਾਂ ਦਾ ਕੀ ਹੋ ਜਾਂਦਾ ਜੀ, ਉਹਨਾਂ ਦੋਨਾਂ ਦਾ ਕੰਡੀਸ਼ਨਿੰਗ ਹੋ ਜਾਂਦੀ ਹੈ। ਤੁਸੀਂ ਬਾਰ-ਬਾਰ ਭੋਜਨ ਦੇ ਨਾਲ ਪਲੱਸ ਘੰਟੀ ਵਜਾਓਗੇ ਤਾਂ ਇਸ ਦੇ ਨਾਲ ਉਹਨਾਂ ਵਿੱਚ ਕੰਡੀਸ਼ਨਿੰਗ ਹੋ ਜਾਏਗੀ। ਇਹ ਤੁਸੀਂ ਕਿਰਿਆ ਵਾਰ-ਵਾਰ ਕਰੋਗੇ ਤਾਂ ਹੀ ਤੁਸੀਂ ਉਸ ਦੇ ਵਿੱਚ ਆਪਸ ਵਿੱਚ ਸੰਬੰਧ ਬਣਾ ਸਕੋਗੇ। ਸਮੇਂ ਦੀ ਪਾਬੰਦੀ ਮੋਸਟ ਇੰਪੋਰਟੈਂਟ ਹੈ ਜੀ। ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ, ਸਮੇਂ ਦੀ ਪਾਬੰਦੀ ਹੈ ਜੀ। ਇਹਦੇ ਵਿੱਚ ਤੁਸੀਂ ਕੁਦਰਤੀ ਜਿਹੜਾ ਤੁਹਾਡਾ ਕੁਦਰਤੀ ਕੀ ਹੈ ਜੀ, ਕੁਦਰਤੀ ਹੈ ਜੀ ਤੁਹਾਡਾ ਭੋਜਨ, ਜਿਹੜਾ ਭੋਜਨ ਹੈ, ਅਤੇ ਪਲੱਸ ਜਿਹੜਾ ਬਣਾਵਟੀ ਤੁਹਾਡੀ ਕੀ ਹੈ ਜੀ, ਘੰਟੀ। ਜਿਹੜੀ ਘੰਟੀ ਹੈ ਅਤੇ ਤੁਹਾਡਾ ਭੋਜਨ ਹੈ, ਉਹਦੇ ਵਿੱਚ ਜਿਹੜਾ ਸਮੇਂ ਦੀ ਪਾਬੰਦੀ ਹੈ, ਟਾਈਮ ਇੰਟਰਵਲ ਹੈ, ਉਹ 2 ਤੋਂ 5 ਸੈਕਿੰਡ ਦਾ ਹੀ ਹੋਣਾ ਚਾਹੀਦਾ। ਜਦੋਂ ਤੁਸੀਂ ਭੋਜਨ ਲੈ ਕੇ ਆਉਣਾ ਹੈ ਜੀ, ਉਸ ਤੋਂ ਪਹਿਲਾਂ ਜੇਕਰ ਤੁਸੀਂ ਘੰਟੀ ਵਜਾਉਂਦੇ ਹੋ, ਘੰਟੀ ਵਜਾਉਣ ਦੇ ਨਾਲ ਦੀ ਨਾਲ ਹੀ ਤੁਸੀਂ ਉਸ ਨੂੰ ਭੋਜਨ ਦੇ ਦੇਣਾ ਹੈ, ਕਿਉਂਕਿ ਜੇਕਰ ਉਹਦੇ ਵਿੱਚ ਜ਼ਿਆਦਾ ਸਮਾਂ ਹੋਏਗਾ ਤਾਂ ਤੁਸੀਂ ਕਦੇ ਵੀ ਉਹਨਾਂ ਦੋਨਾਂ ਦੇ ਵਿੱਚ ਸੰਬੰਧ ਨਹੀਂ ਬਣਾ ਸਕਦੇ। ਇਹ ਮੋਸਟ ਇੰਪੋਰਟੈਂਟ ਹੈ ਜੀ। ਹੁਣ ਤੁਸੀਂ ਸੋਚਦੇ ਹੋਗੇ ਇਹ ਮਤਲਬ ਇਹ ਕਿੱਥੇ ਬੱਚੇ ਦੇ ਕਿੱਥੇ ਪ੍ਰਯੋਗ ਹੋਏਗਾ ਜੀ। ਇਹ ਇਸ ਤਰੀਕੇ ਦੇ ਨਾਲ ਪ੍ਰਯੋਗ ਕਰ ਸਕਦੇ ਹੋ, ਜੇਕਰ ਤੁਸੀਂ ਹੁਣ ਉਸ ਨੂੰ ਹੋਮਵਰਕ ਦਿੱਤਾ ਹੈ, ਉਹਦਾ ਨਾਲ ਦੀ ਨਾਲ ਤੁਸੀਂ ਰਿਸਪੌਂਸ ਨਹੀਂ ਦਿਓਗੇ, ਉਹਦੀ ਗਲਤੀ ਨਾਲ ਦੀ ਨਾਲ ਨਹੀਂ ਕੱਢੋਗੇ। ਸਮੇਂ ਦੀ ਪਾਬੰਦੀ ਦਾ ਮਤਲਬ ਹੁੰਦਾ ਹੈ ਉਸ ਨੂੰ ਤੁਸੀਂ ਬਾਰ-ਬਾਰ ਸਵਾਲ ਦੇ ਰਹੇ ਹੋ, ਸਵਾਲ ਦੇਣ ਤੋਂ ਬਾਅਦ ਅਗਰ ਕੋਈ ਉਹਦਾ ਸਮ ਗਲਤ ਹੋ ਰਿਹਾ ਹੈ ਤਾਂ ਤੁਸੀਂ ਜ਼ਿਆਦਾ ਟਾਈਮ ਇੰਟਰਵਲ ਨਾ ਰੱਖੇ, ਉਸ ਨੂੰ ਨਾਲ ਦੀ ਨਾਲ ਸੋਲਵ ਕਰਾਓ ਜੀ, ਉਹਦੀ ਨਾਲ ਦੀ ਨਾਲ ਗਲਤੀਆਂ ਕੱਢੋ, ਤਾਂ ਸਮੇਂ ਦਾ ਜਿਹੜਾ ਹੈ ਬਹੁਤ ਪ੍ਰਭਾਵ ਪੈਂਦਾ ਜੀ। ਉਤੇਜਕ ਸਮਾਨੀਕਰਨ, ਸਟਿਮੂਲਸ ਜਨਰਲਾਈਜੇਸ਼ਨ ਕੀ ਹੁੰਦਾ ਜੀ, ਜੀਵ ਨਾ ਕੇਵਲ ਜਿਹੜਾ ਵੀ ਕੋਈ ਜੀਵ ਹੈ, ਜਿਵੇਂ ਇਸ ਦੇ ਵਿੱਚ ਕੁੱਤਾ ਹੈ ਜੀ, ਪਹਿਲਾਂ ਕੁਦਰਤੀ ਉਤੇਜਕ ਪ੍ਰਤੀ ਹੀ ਅਨੁਕਿਰਿਆ ਕਰਦਾ ਹੈ। ਆਪਾਂ ਸਭ ਨੂੰ ਪਤਾ ਹੈ ਜੀ ਕਿ ਜੋ ਵੀ ਕੁੱਤਾ ਹੈ, ਚਾਹੇ ਕੋਈ ਵੀ ਜੀਵ ਹੈ, ਉਹ ਜਿਹੜੀ ਨੈਚੁਰਲ ਚੀਜ਼ ਹੈ ਉਸ ਦੇ ਵੱਲ ਹਮੇਸ਼ਾ, ਜਿਸ ਨੂੰ ਭੁੱਖ ਲੱਗੀ ਹੋਗੀ ਉਹ ਭੋਜਨ ਦੇ ਵੱਲ ਜ਼ਰੂਰ ਜਾਏਗਾ ਜੀ। ਮੂੰਹ ਵਿੱਚੋਂ ਜਿਹੜੀ ਲਾਰ ਦੀ ਪ੍ਰਕਿਰਿਆ ਹੈ ਉਹ ਜ਼ਰੂਰ ਹੋਏਗੀ। ਪਰੰਤੂ ਜੇਕਰ ਤੁਸੀਂ ਇਸ ਨੂੰ ਅਨਕੰਡੀਸ਼ਨਿੰਗ ਤੌਰ 'ਤੇ ਜਿਸ ਨੂੰ ਤੁਸੀਂ ਜੋੜਨਾ ਚਾਹੁੰਦੇ ਹੋ, ਕੁਦਰਤੀ ਤੌਰ ਤੋਂ ਜਿਹੜਾ ਤੁਹਾਡਾ ਸਟਿਮੂਲਸ ਹੈ ਉਸ ਨੂੰ ਛੱਡ ਕੇ ਤੁਸੀਂ ਜਿਹੜਾ ਆਪਣਾ ਕੁਦਰਤੀ ਨਹੀਂ ਹੈ, ਜਿਵੇਂ ਘੰਟੀ ਨਹੀਂ ਹੈ, ਉਸ ਦੇ ਨਾਲ ਤੁਸੀਂ ਜੋੜਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਪਏਗਾ ਜੀ, ਉਹਨਾਂ ਦੋਨਾਂ ਵਿੱਚ ਜਨਰਲਾਈਜੇਸ਼ਨ ਕਰਨਾ ਪਏਗਾ, ਸਟਿਮੂਲਸ ਨੂੰ ਜਨਰਲਾਈਜੇਸ਼ਨ ਕਰਨਾ ਪਏਗਾ, ਤਾਂ ਹੀ ਤੁਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ। ਜਿਸ ਤਰੀਕੇ ਦੇ ਨਾਲ ਸਫੇਦ ਚੂਹੇ ਉੱਤੇ ਇਸਨੇ ਜੀ ਕੰਮ ਕੀਤਾ ਸੀ ਕਿ ਸਫੇਦ ਚੂਹੇ ਸੀ, ਉਹਨਾਂ ਨੂੰ ਕੀ ਕੀਤਾ, ਉਹਨਾਂ ਨੇ ਜਿਹੜਾ ਬਾਕਸ ਬਣਾ ਕੇ ਉਹਦੇ ਵਿੱਚ ਉਸ ਨੂੰ ਰੱਖਿਆ ਸੀ। ਵਖਰੇਵੇ ਦਾ ਨਿਯਮ ਅੱਗੇ ਜਿਹੜਾ ਹੈ ਜੀ, ਪ੍ਰਿੰਸੀਪਲ ਆਫ ਡਿਫਰੈਂਸ਼ੀਏਸ਼ਨਸ ਕੀ ਹੈ ਜੀ, ਉਹਦੇ ਵਿੱਚ ਵਖਰੇਵੇ ਦਾ ਨਿਯਮ ਕੀ ਹੈ, ਜਿਵੇਂ ਕਿ ਹਰ ਵਿਅਕਤੀ ਕਿਵੇਂ ਸਿੱਖਦਾ ਹੈ, ਉਤੇਜਕ ਵਿੱਚ ਫਰਕ ਕਰਨਾ ਪੈਂਦਾ ਹੈ ਕਿ ਜੇਕਰ ਉਸ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਜਿਹੜੀ ਹੁਣ ਘੰਟੀ ਵੱਜੀ ਹੈ ਉਹ ਕਿਹੜੀ ਭੋਜਨ ਦੀ ਘੰਟੀ ਹੈ ਜਾਂ ਨਹੀਂ। ਵਖਰੇਵੇ ਦਾ ਨਿਯਮ ਇਹ ਦੱਸਦਾ ਹੈ ਕਿ ਉਸ ਨੂੰ ਪਤਾ ਲੱਗਣਾ ਚਾਹੀਦਾ ਹੈ। ਤਾਂ ਵਖਰੇਵੇ ਦੇ ਨਿਯਮ ਵਿੱਚ ਇਹ ਹੈ ਜੀ ਕਿ ਉਸ ਨੂੰ ਜਿਹੜਾ ਉਤੇਜਕ ਹੈ, ਜਿਹੜਾ ਉਸ ਦੇ ਵਿੱਚ ਫਰਕ ਹੋਣਾ ਚਾਹੀਦਾ ਜੀ। ਜਿਵੇਂ ਕੁੱਤੇ ਨੂੰ ਇੱਕ ਖਾਸ ਪ੍ਰਕਾਰ ਦੀ ਹੀ ਘੰਟੀ ਦੀ ਆਵਾਜ਼ ਹੈ ਉਹ ਸੁਣਾਈ ਦੇਣੀ ਚਾਹੀਦੀ ਹੈ। ਜੇਕਰ ਉਹ ਹਰ ਘੰਟੀ ਉੱਤੇ ਹੀ ਅਨੁਕਿਰਿਆ ਕਰੇਗਾ, ਰਿਸਪੌਂਸ ਦੇਗਾ, ਤਾਂ ਉਹ ਕਨਫਿਊਜ਼ ਹੋ ਜਾਏਗਾ ਜੀ, ਤੁਸੀਂ ਸਹੀ ਤਰੀਕੇ ਦੇ ਨਾਲ ਉਸ ਦੀ ਕੰਡੀਸ਼ਨ ਨਹੀਂ ਕਰ ਸਕੇ। ਬਾਹਰਲਾ ਅਵਰੋਧ, ਐਕਸਟਰਨਲ ਇਨਹਿਬਿਸ਼ਨ ਦਾ ਮਤਲਬ ਹੁੰਦਾ ਹੈ ਕਿ ਜੇਕਰ ਤੁਸੀਂ ਜਦੋਂ ਕੰਡੀਸ਼ਨਿੰਗ ਕਰ ਰਹੇ ਹੋ ਉਸ ਸਮੇਂ ਤੁਹਾਡੀ ਜਿਹੜੀ ਕੰਡੀਸ਼ਨਿੰਗ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਨਹੀਂ ਆਉਣੀ ਚਾਹੀਦੀ, ਕਿਸੇ ਵੀ ਪ੍ਰਕਾਰ ਦਾ ਫਜ਼ੂਲ ਜਿਹੜਾ ਹੋਰ ਤਰੀਕੇ ਦਾ ਕੋਈ ਉਤੇਜਕ ਨਹੀਂ ਜੁੜਨਾ ਚਾਹੀਦਾ, ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ। ਜਿਹੜੀ ਅਨੁਕੂਲਨ ਅਨੁਕਿਰਿਆ ਉੱਤੇ ਭੈੜਾ ਪ੍ਰਭਾਵ ਪੈਂਦਾ ਹੈ ਉਹ ਬਾਹਰਲੇ ਤੀਜੇ ਫਜ਼ੂਲ ਜਿਹੜਾ ਉਤੇਜਕ ਹੁੰਦਾ ਉਸ ਦਾ ਬਹੁਤ ਪੈਂਦਾ ਜੀ। ਜੇਕਰ ਤੁਸੀਂ ਮੰਨ ਕੇ ਚੱਲੋ ਤੁਸੀਂ ਉਸ ਟਾਈਮ ਕੰਡੀਸ਼ਨਿੰਗ ਕਰਵਾ ਰਹੇ ਹੋ, ਉਸ ਸਮੇਂ
ਹੋਰ ਪ੍ਰਕਾਰ ਦੀ ਜਿਹੜੀ ਬੈਲ ਹੈ ਉਹਦੀ ਆਵਾਜ਼ ਆ ਰਹੀ ਹੈ, ਭੋਜਨ ਸਮੇਂ ਸਿਰ ਨਹੀਂ ਪਹੁੰਚ ਰਿਹਾ, ਤੁਸੀਂ ਕੰਡੀਸ਼ਨਿੰਗ ਦੇ ਵਿੱਚ ਅੱਗੇ ਪਿੱਛੇ ਕਰ ਰਹੇ ਹੋ, ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਵਖਰੇਵੇ ਦਾ ਨਿਯਮ ਹੈ ਉਸ ਦੇ ਨਾਲ ਤੁਸੀਂ ਬਾਹਰਲਾ ਅਵਰੋਧ ਹੈ ਉਹ ਕਰ ਰਹੇ ਹੋ ਜੀ, ਕਿ ਉਸ ਦੇ ਨਾਲ ਜੋੜਨ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਰਹੇ। ਤਾਂ ਇਸ ਤਰੀਕੇ ਦੇ ਨਾਲ ਅਨੁਕੂਲਨ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਾਰਕ ਨੇ, ਉਹ ਸਭ ਤੋਂ ਪਹਿਲਾ ਕਾਰਕ ਹੈ ਜੀ ਪ੍ਰੇਰਣਾ। ਜਿਹੜਾ ਵੀ ਸਿੱਖਣ ਵਾਲਾ ਹੈ ਉਹ ਪ੍ਰੇਰਿਤ ਹੋਣਾ ਚਾਹੀਦਾ ਹੈ। ਜਿਵੇਂ ਕਿ ਇੱਥੇ ਇੱਕ ਕੁੱਤਾ ਸੀ, ਜਿਹੜਾ ਡੌਗ ਸੀ, ਉਹ ਕੀ ਸੀ ਜੀ, ਬਿਲਕੁਲ ਭੁੱਖਾ ਸੀ। ਤਾਂ ਇਸ ਦੇ ਲਈ ਸਿੱਖਣ ਵਾਲਾ ਤਿਆਰ ਹੋਣਾ ਚਾਹੀਦਾ ਹੈ। ਦੁਹਰਾਈ ਰਿਪੀਟੀਸ਼ਨ ਜ਼ਰੂਰੀ ਹੈ ਜੀ, ਬਾਰ-ਬਾਰ ਤੁਸੀਂ ਜਿਹੜਾ ਕੁਦਰਤੀ ਸਟਿਮੂਲਸ ਹੈ, ਇਸ ਦੇ ਨਾਲ ਜਿਹੜਾ ਤੁਸੀਂ ਉਦੀਪਕ ਬਣਾਇਆ, ਬਣਾਵਟੀ ਉਦੀਪਕ ਹੈ, ਉਹਨਾਂ ਦੋਨਾਂ ਦਾ ਬਾਰ-ਬਾਰ ਤੁਸੀਂ ਕੀ ਕਰਾਉਣਾ ਹੈ ਜੀ, ਰਿਪੀਟੀਸ਼ਨ ਕਰਵਾਉਣੀ ਹੈ। ਸਮੇਂ ਦੀ ਪਾਬੰਦੀ ਹੋਣੀ ਚਾਹੀਦੀ ਹੈ। ਜਿਹੜਾ ਭੋਜਨ ਹੈ ਘੰਟੀ ਵੱਜਣ ਤੋਂ ਬਾਅਦ ਜਿਹੜਾ 2-3 ਸੈਕਿੰਡ ਦੇ ਵਿੱਚ, 5 ਸੈਕਿੰਡ ਦੇ ਵਿੱਚ ਆ ਜਾਣਾ ਚਾਹੀਦਾ ਹੈ। ਅਤੇ ਉਤੇਜਕ ਤੇ ਜਿਹੜਾ ਸਮਾਨਯ ਕਰਨਾ ਉਹ ਹੋ ਜਾਣਾ ਚਾਹੀਦਾ। ਜਿਹੜਾ ਤੁਸੀਂ ਬਣਾਵਟੀ ਉਦੀਪਕ ਅਤੇ ਜਿਹੜਾ ਕੁਦਰਤੀ ਉਦੀਪਕ ਹੈ, ਉਹਨਾਂ ਦੋਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਅਨੁਬੰਧਨ ਕਰਵਾ ਦੇਣਾ ਹੈ ਕਿ ਉਹ ਉਹਦੇ ਲਈ ਸਮਾਨਯਕਰਨ ਹੋ ਜਾਏ। ਵਖਰੇਵੇ ਦਾ ਨਿਯਮ, ਉਸ ਨੂੰ ਵਿਸ਼ੇਸ਼ ਜਿਹੜੀ ਘੰਟੀ ਹੈ ਉਸ ਦੀ ਹੀ ਆਵਾਜ਼ ਸੁਣਾਈ ਦੇਣੀ ਚਾਹੀਦੀ ਹੈ। ਉਹ ਹਰ ਇੱਕ ਘੰਟੀ ਦੇ ਉੱਤੇ ਰਿਸਪੌਂਸ ਨਹੀਂ ਦੇਣਾ ਚਾਹੀਦਾ। ਜੇਕਰ ਉਹ ਹਰ ਇੱਕ ਬੈਲ ਦੇ ਉੱਤੇ ਹੀ ਰਿਸਪੌਂਸ ਦੇ ਰਿਹਾ ਹੈ ਤਾਂ ਤੁਸੀਂ ਸਹੀ ਤਰੀਕੇ ਦੇ ਨਾਲ ਕੰਡੀਸ਼ਨਿੰਗ ਨਹੀਂ ਕਰਵਾਈ, ਕਿਉਂਕਿ ਉਹ ਫਿਰ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਏਗਾ ਕਿ ਮੈਂ ਕਿਸ ਬੈਲ ਉੱਤੇ ਰਿਸਪੌਂਸ ਦੇਵਾਂ ਅਤੇ ਕਿਸ ਬੈਲ ਉੱਤੇ ਨਾ ਦੇਵਾਂ। ਬਾਹਰਲਾ ਅਵਰੋਧ ਦਾ ਮਤਲਬ ਹੈ ਕਿ ਜਦੋਂ ਵੀ ਤੁਸੀਂ ਕੰਡੀਸ਼ਨਿੰਗ ਕਰਵਾਉਣ ਲੱਗੋ ਉਸ ਦੇ ਵਿੱਚ ਤੁਸੀਂ ਕਿਸੇ ਹੋਰ ਤੀਜੇ ਪੱਖ ਨੂੰ ਐਡ ਨਹੀਂ ਕਰਨਾ ਜੀ। ਸ਼ੋਰ ਸ਼ਰਾਬਾ ਬਿਲਕੁਲ ਨਹੀਂ ਹੋਣਾ ਚਾਹੀਦਾ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਅਨੁਕੂਲਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਨੂੰ ਧਿਆਨ ਵਿੱਚ ਰੱਖ ਸਕਦੇ ਹੋ। ਐਜ਼ ਏ ਟੀਚਰ ਤੁਸੀਂ ਇਸ ਨੂੰ ਲਾਗੂ ਕਰ ਸਕਦੇ ਹੋ। ਇਸ ਤੋਂ ਅੱਗੇ ਆਪਣਾ ਜਿਹੜਾ ਨੈਕਸਟ ਟੌਪਿਕ ਹੈ ਉਹ ਵੇਖਦੇ ਹਾਂ। ਤਾਂ ਜੀ ਨੈਕਸਟ ਟੌਪਿਕ ਆਪਣਾ ਹੈ ਅਨੁਕੂਲਨ ਦਾ ਸਿੱਖਣ ਵਿੱਚ ਪ੍ਰਯੋਗ ਅਧਿਆਪਕਾਂ ਦੁਆਰਾ। ਕੁਝ ਉਹ ਕਾਰਕ ਸਨ। ਹੁਣ ਤੁਸੀਂ ਟੀਚਰ ਬਣ ਗਏ ਹੋ, ਇਸ ਸਿਧਾਂਤ ਦਾ ਤੁਸੀਂ ਐਜ਼ ਏ ਟੀਚਰ ਪ੍ਰਯੋਗ ਕਰਨਾ ਹੈ ਤਾਂ ਕਿਸ ਤਰੀਕੇ ਦੇ ਨਾਲ ਪ੍ਰਯੋਗ ਕਰ ਸਕਦੇ ਹੋ। ਤਾਂ ਪਹਿਲਾ ਹੈ ਜੀ ਆਦਤਾਂ ਦਾ ਨਿਰਮਾਣ। ਆਪਾਂ ਸਭ ਨੂੰ ਪਤਾ ਹੈ ਕਿ ਚਾਹੇ ਮਨੁੱਖ ਹੋਏ ਚਾਹੇ ਜਾਨਵਰ ਹੋਏ ਜੀ, ਜਿਹੜਾ ਅਨੁਕੂਲਨ ਹੈ ਉਹ ਇੱਕ ਲਾਭਦਾਇਕ ਵਿਧੀ ਹੈ। ਸ਼ੁਰੂ ਵਿੱਚ ਜਿਹੜਾ ਹਰ ਵਿਅਕਤੀ ਹੈ ਉਹ ਇਸੇ ਤਰੀਕੇ ਨਾਲ ਹੀ ਸਿੱਖਦਾ ਹੈ, ਕਿਉਂਕਿ ਜੀ ਜਿਹੜੀ ਆਦਤਾਂ ਦਾ ਨਿਰਮਾਣ ਹੈ ਉਹ ਤੁਸੀਂ ਬਾਰ-ਬਾਰ ਅਤੇ ਰੈਗੂਲਰ ਕਰਨ ਦੇ ਨਾਲ ਰਿਪੀਟੇਸ਼ਨ ਦੇ ਦੁਆਰਾ ਸਿੱਖਦੇ ਹੋ। ਮਨੋਵਿਗਿਆਨਿਕ ਇਹ ਮੰਨਦੇ ਹਨ ਕਿ ਇਹ ਆਦਤ ਨਿਰਮਾਣ ਦੀ ਇੱਕ ਵਿਧੀ ਹੈ। ਤੁਸੀਂ ਭੈੜੀਆਂ ਆਦਤਾਂ ਨੂੰ ਇਸ ਦੁਆਰਾ ਛੱਡ ਸਕਦੇ ਹੋ। ਤੁਸੀਂ ਭੈੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰ ਸਕਦੇ ਹੋ, ਕਿਉਂਕਿ ਤੁਸੀਂ ਜਿਹੜੀ ਭੈੜੀ ਆਦਤ ਹੈ ਉਸ ਨੂੰ ਇਸ ਵਿਧੀ ਦੇ ਦੁਆਰਾ ਕੱਟ ਸਕਦੇ ਹੋ, ਛੱਡ ਸਕਦੇ ਹੋ ਜੀ। ਤਾਂ ਥਿਊਰੀ ਆਫ ਹੈਬਿਟੇਸ਼ਨ ਫਾਰਮੇਸ਼ਨ ਹੈ ਜੀ, ਇਹ ਇਸ ਉੱਤੇ ਪਲ ਦਿੰਦੀ ਹੈ। ਭਾਸ਼ਾ ਦਾ ਸਿੱਖਣਾ ਮੋਸਟ ਇੰਪੋਰਟੈਂਟ। ਲੈਂਗੁਏਜ ਲਰਨਿੰਗ ਦੇ ਵਿੱਚ ਦੁਹਰਾਈ ਦਾ ਮੋਸਟ ਇੰਪੋਰਟੈਂਟ ਪਾਰਟ ਹੈ ਜੀ। ਤਾਂ ਇਹ ਜਿਹੜਾ ਆਪਣਾ ਸਿਧਾਂਤ ਹੈ, ਜਿਹੜਾ ਪਾਵਲੋਵ ਨੇ ਲਰਨਿੰਗ ਥਿਊਰੀ ਦਿੱਤੀ ਹੈ, ਉਸ ਦੇ ਵਿੱਚ ਉਸਨੇ ਦੁਹਰਾਈ ਨੂੰ, ਰਿਪੀਟੀਸ਼ਨ ਨੂੰ ਬਹੁਤ ਜ਼ਿਆਦਾ ਕਿਹਾ ਜੀ, ਕਿ ਤੁਸੀਂ ਹਰ ਕੰਮ ਜਿਹੜਾ ਕਰਨਾ ਹੈ ਉਹਦੇ ਵਿੱਚ ਰਿਪੀਟੀਸ਼ਨ ਜ਼ਰੂਰੀ ਹੋਣੀ ਚਾਹੀਦੀ ਹੈ। ਜੇਕਰ ਰਿਪੀਟੀਸ਼ਨ ਨਹੀਂ ਹੋਏਗੀ ਤਾਂ ਜਿਹੜੀ ਉਹਦੇ ਵਿੱਚ ਕੰਡੀਸ਼ਨਿੰਗ ਹੋਣੀ ਹੈ ਉਹ ਨਹੀਂ ਹੋ ਪਾਏਗੀ। ਇਸ ਦੇ ਨਾਲ ਹੈ ਜੀ ਭਾਵਨਾਵਾਂ ਨਾਲ ਸੰਬੰਧ। ਇਸ ਸਿਧਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਜੀ, ਕੀ ਪਤਾ ਲੱਗਦਾ ਹੈ ਕਿ ਸਵੇਗਾਂ ਨੂੰ ਵਸਤੂਆਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਜਿਵੇਂ ਇੱਕ ਇੱਛਿਕ ਅਨੁਕਿਰਿਆ, ਜਿਸ ਨੂੰ ਕਿ ਕੋਈ ਪਸੰਦ ਕਰਦਾ ਹੈ, ਕਿਸੇ ਨੂੰ ਪਸੰਦ ਨਹੀਂ ਕਰਦਾ, ਡਰ, ਪਿਆਰ, ਰੁਚੀ ਆਦਿ। ਜਿਵੇਂ ਜੀ ਭਾਵਨਾਵਾਂ ਨਾਲ ਸੰਬੰਧ ਨੂੰ ਤੁਸੀਂ ਵੇਖ ਸਕਦੇ ਹੋ। ਆਪਾਂ 3 ਚੀਜ਼ਾਂ ਪੜ੍ਹੀਆਂ ਸਨ। ਇੱਕ ਪੜ੍ਹਿਆ ਸੀ ਜੀ ਜਿਹੜਾ ਖਰਗੋਸ਼ ਦਾ, ਜਿਹੜਾ ਵਾਟਸਨ ਨੇ ਕੀਤਾ ਸੀ, ਅਲਬਰਟ ਜਿਹੜਾ 11 ਸਾਲ ਦਾ ਬੱਚਾ ਸੀ, ਉਸ ਦੇ ਨਾਲ ਉਸਨੇ ਉਹ ਕੀ ਕੀਤਾ ਜੀ, ਡਰ। ਇੱਥੇ ਉਸਨੇ ਡਰ ਦਿੱਤਾ, ਉਹਦਾ ਭਾਵ ਹੋ ਗਿਆ ਜੀ, ਸਵੇਗ ਹੋ ਗਿਆ, ਜਿਹੜੀ ਉਸਦੀ ਇਮੋਸ਼ਨਸ ਹੋ ਗਏ। ਤਾਂ ਉਸਨੇ ਉਸ ਇਮੋਸ਼ਨ, ਡਰ ਦੀ ਇਮੋਸ਼ਨ ਨੂੰ ਉਸ ਨਾਲ ਜੋੜਿਆ, ਕਿਉਂਕਿ ਜਦੋਂ ਵੀ ਉਹ ਖਰਗੋਸ਼ ਦੀ ਫਰਨ ਦੇ ਉੱਤੇ ਹੱਥ ਲਾਉਂਦਾ, ਉਹਦੀ ਜੱਤ ਉੱਤੇ ਹੱਥ ਲਾਉਂਦਾ, ਤਾਂ ਉਸਨੂੰ ਡਰ ਲੱਗਦਾ, ਪਿੱਛੋਂ ਭੈੜੀ ਆਵਾਜ਼ ਨਿਕਲਦੀ ਸੀ। ਇਸੇ ਤਰੀਕੇ ਦੇ ਨਾਲ ਇਹ ਜਿਹੜਾ ਕੁੱਤਾ ਹੈ ਉਸਨੂੰ ਉਸਨੇ ਜੋੜਿਆ। ਬਿੱਲੀ ਵਾਲਾ ਪ੍ਰਯੋਗ ਹੋਵੇ ਜੀ, ਚੂਹੇ ਵਾਲਾ ਪ੍ਰਯੋਗ ਹੋਵੇ, ਤਾਂ ਇਹ ਜਿਹੜੀ ਉਹਦੀ ਜਿਹੜੇ ਪਿਆਰ, ਪਸੰਦ, ਨਾਪਸੰਦ, ਇਹ ਸਭ ਚੀਜ਼ਾਂ ਉਸ ਨੂੰ ਜੋੜਿਆ ਹੈ। ਕਿਉਂਕਿ ਬਿੱਲੀ ਨੂੰ ਜਿਹੜੀ ਮੱਛਲੀਆਂ ਹੈ ਉਹ ਪਸੰਦ ਸਨ, ਉਹਦੇ ਕਾਰਨ ਹੀ ਉਹ ਪਿੰਜਰੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਭਾਵਨਾਵਾਂ ਨਾਲ ਵੀ ਇਸ ਸਿਧਾਂਤ ਦਾ, ਲਰਨਿੰਗ ਥਿਊਰੀ ਦਾ ਬਹੁਤ ਸੰਬੰਧ ਹੈ। ਤੁਸੀਂ ਬੱਚੇ ਨੂੰ ਵੀ ਉਸ ਦੀ ਜਿਹੜੀ ਭਾਵਨਾ ਹੈ ਉਸ ਦੇ ਨਾਲ ਜੋੜ ਕੇ ਉਸ ਨੂੰ ਪ੍ਰਯੋਗ ਵਿੱਚ ਲੈ ਕੇ ਆ ਸਕਦੇ ਹੋ। ਤਰਕਹੀਨ ਧਾਰਨਾਵਾਂ, ਅਨਰੀਜ਼ਨੇਬਲ ਕਨਸੈਪਟ। ਇਹ ਸਿਧਾਂਤ ਇਹ ਵੀ ਦੱਸਦਾ ਹੈ, ਕੀ ਦੱਸਦਾ ਜੀ, ਕਿ ਬਹੁਤੇ ਮਨੁੱਖੀ ਅਨੁਭਵ ਤਰਕਹੀਨ ਹੁੰਦੇ ਹਨ ਅਤੇ ਇਸ ਤਰ੍ਹਾਂ ਸਾਡੇ ਮਨ ਵਿੱਚ ਪਹਿਲਾਂ ਤੋਂ ਹੀ ਕੁਝ ਧਾਰਨਾਵਾਂ ਬਣੀਆਂ ਹੁੰਦੀਆਂ ਹਨ। ਉਦਾਹਰਣ ਵਜੋਂ ਜੇ ਬਿੱਲੀ ਰਾਹ ਕੱਟ ਜਾਵੇ ਤਾਂ ਅਸੀਂ ਬੁਰਾ ਮੰਨਦੇ ਹਾਂ। ਹੋ ਸਕਦਾ ਹੈ ਕਿ ਬਿੱਲੀ ਦੇ ਰਾਹ ਕੱਟਣ, ਤਾਂ ਤੁਸੀਂ ਮੰਨ ਕੇ ਚੱਲੋ ਜੀ ਜਿਹੜੀ ਆਪਣੀ ਤਰਕਹੀਨ ਧਾਰਨਾਵਾਂ ਹੈ, ਇਹ ਸਾਰਾ ਜੀ ਆਪਣੇ ਮਨੋਵਿਗਿਆਨ ਦਾ ਹੀ ਇਹ ਆਪਣਾ
ਸਿਧਾਂਤ ਹੈ ਜੀ। ਤੁਸੀਂ ਡਾਕਟਰ ਦੇ ਕੋਲੋਂ ਦਵਾਈ ਲੈ ਕੇ ਆਉਂਦੇ ਹੋ, ਡਾਕਟਰ ਤੁਹਾਨੂੰ ਉਹ ਦਵਾਈ ਦਿੰਦਾ ਹੈ, ਤੁਸੀਂ ਉਸ ਉੱਤੇ ਯਕੀਨ ਕਰ ਲੈਂਦੇ ਹੋ, ਤੁਸੀਂ ਉਸ ਨੂੰ ਆਪਣੇ ਦਿਮਾਗ ਵਿੱਚ ਇਸ ਤਰੀਕੇ ਦੇ ਨਾਲ ਬਿਠਾ ਲੈਂਦੇ ਹੋ ਕਿ ਜੇਕਰ ਮੈਂ ਇਹ ਦਵਾਈ ਲਵਾਂਗਾ ਤਾਂ ਬਿਲਕੁਲ ਠੀਕ ਹੋ ਜਾਵਾਂਗਾ। ਤੁਸੀਂ ਉਸ ਦਵਾਈ ਦੇ ਨਾਲ ਆਪਣੇ ਮਨ ਦੀ ਕੰਡੀਸ਼ਨਿੰਗ ਕਰਵਾ ਲਈ ਹੈ ਕਿ ਜੇਕਰ ਮੈਂ ਇਹ ਦਵਾਈ ਲਵਾਂਗਾ ਤਾਂ ਮੈਂ ਬਿਲਕੁਲ ਠੀਕ ਹੋ ਜਾਵਾਂਗਾ। ਇਸੇ ਤਰੀਕੇ ਦੇ ਨਾਲ ਆਪਣੇ ਜਿਹੜਾ ਇੱਕ ਅਲੱਗ ਰਿਵਾਜ ਹੈ ਜੀ ਜਾਦੂ ਟੋਨੇ ਦਾ, ਉਹ ਵੀ ਇਸੇ ਉੱਤੇ ਆਧਾਰਿਤ ਹੈ ਕਿ ਜੇਕਰ ਤੁਸੀਂ ਮੰਨ ਕੇ ਚੱਲਦੇ ਹੋ ਕਿ ਤੁਸੀਂ ਕੋਈ ਗੁੱਟ ਉੱਤੇ ਕੁਝ ਬੰਨ੍ਹ ਲੈਂਦੇ ਹੋ ਜਾਂ ਗਲ ਵਿੱਚ ਪਾ ਲੈਂਦੇ ਹੋ ਤਾਂ ਉਸ ਦੇ ਨਾਲ ਤੁਹਾਨੂੰ ਕੁਝ ਚੀਜ਼ ਸਹੀ ਤਰੀਕੇ ਦੀ ਹੋ ਜਾਏਗੀ। ਉਹ ਵੀ ਤੁਹਾਡੀ ਇੱਕ ਕੰਡੀਸ਼ਨਿੰਗ ਹੈ, ਉਹ ਮਨੋਵਿਗਿਆਨਿਕ ਤਰੀਕਾ ਜੀ। ਉਸ ਦੇ ਨਾਲ ਤੁਹਾਡੀ ਕਿਤੇ ਨਾ ਕਿਤੇ ਖੁਦ ਦੀ ਜਿਹੜੀ ਤੁਹਾਡੀ ਐਨਰਜੀ ਹੈ, ਤੁਹਾਡੀ ਖੁਦ ਦੀ ਜਿਹੜੀ ਪੋਜ਼ੀਟਿਵ ਐਨਰਜੀ ਹੈ ਉਹ ਕੰਮ ਕਰਦੀ ਹੈ ਜੀ। ਤੁਸੀਂ ਆਪਣੀ ਐਨਰਜੀ ਦੇ ਕਾਰਨ ਠੀਕ ਹੁੰਦੇ ਹੋ, ਪਰ ਤੁਸੀਂ ਉਸ ਨੂੰ ਕੰਡੀਸ਼ਨਿੰਗ ਕਰ ਲਿਆ ਜੀ। ਤਾਂ ਇਹ ਤਰਕਹੀਨ ਜਿਹੜੀ ਧਾਰਨਾਵਾਂ ਹੈ ਉਹਨਾਂ ਨੂੰ ਅਨਰੀਜ਼ਨੇਬਲ ਕਨਸੈਪਟ ਹੈ ਉਹਨਾਂ ਨੂੰ ਵੀ ਦੂਰ ਕਰਦਾ ਹੈ। ਇਹ ਕਹਿੰਦਾ ਹੈ ਕਿ ਤੁਸੀਂ ਕੁਝ ਨਹੀਂ ਕੀਤਾ, ਤੁਸੀਂ ਆਪਣੇ ਆਪ ਦੀ ਜਿਹੜਾ ਪ੍ਰਭਾਵ ਸੀ ਉਸ ਨੂੰ ਜੋੜਿਆ ਜੀ। ਇੰਟਰਨਲ ਫਿਜ਼ੀਕਲ ਐਕਟੀਵਿਟੀਜ਼, ਇਹ ਫਿਜ਼ੀਕਲ ਐਕਟੀਵਿਟੀਜ਼ ਵੀ ਕਰਵਾਉਂਦਾ ਹੈ ਜੀ। ਜਿਵੇਂ ਵਿਅਕਤੀ ਦਾ ਜਿਹੜਾ ਥੱਕ ਜਾਣਾ, ਸੋਣਾ, ਭੋਜਨ ਖਾਣਾ, ਜਾਗਣਾ, ਇਹ ਅਨੁਕੂਲਨ ਦੀ ਪ੍ਰਕਿਰਿਆ ਨਹੀਂ ਹੈ, ਕਿਉਂਕਿ ਇਹ ਸਾਰਿਆਂ ਦੇ ਵਿੱਚ ਇੰਟਰਨਲ ਜਿਹੜਾ ਫਿਜ਼ੀਕਲ ਐਕਟੀਵਿਟੀਜ਼ ਹੈ ਸਾਰਿਆਂ ਦੇ ਵਿੱਚ ਹੁੰਦੀ ਹੈ। ਤਾਂ ਅਨੁਕੂਲਨ ਦਾ ਸਿੱਖਣ ਵਿੱਚ ਪ੍ਰਯੋਗ ਅਧਿਆਪਕਾਂ ਦੁਆਰਾ ਤਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਜੀ। ਆਦਤਾਂ ਦਾ ਨਿਰਮਾਣ ਕਰ ਸਕਦਾ ਹੈ, ਭਾਵਨਾਵਾਂ ਨਾਲ ਸੰਬੰਧ ਹੈ ਜੀ, ਭਾਸ਼ਾ ਦਾ ਸਿੱਖਣਾ ਹੈ, ਤਰਕਹੀਨ ਧਾਰਨਾਵਾਂ ਨੇ ਅਤੇ ਇੰਟਰਨਲ ਫਿਜ਼ੀਕਲ ਐਕਟੀਵਿਟੀਜ਼ ਹੈ। ਤਾਂ ਇਹ ਕੁਝ ਇੱਕ ਜਿਹੜੇ ਅਧਿਆਪਕ ਨੇ ਇਸ ਨਿਯਮ ਨੂੰ ਆਪਣੀ ਕਲਾਸ ਦੇ ਵਿੱਚ ਲਾਗੂ ਕਰ ਸਕਦੇ ਹਨ। ਤਾਂ ਜੀ ਅੱਜ ਆਪਾਂ ਪਾਵਲੋਵ ਦਾ ਜਿਹੜਾ ਅਨੁਕਿਰਿਆ ਸਿਧਾਂਤ ਹੈ ਉਸ ਨੂੰ ਕੰਪਲੀਟ ਕਰ ਲਿਆ ਹੈ। ਇਹਦੀ 2 ਕਲਾਸਾਂ ਹੋਈਆਂ ਨੇ। ਪਹਿਲੀ ਅਤੇ ਦੂਜੀ ਕਲਾਸ ਤੁਸੀਂ ਜਾ ਕੇ ਪਲੇਲਿਸਟ ਦੇ ਵਿੱਚੋਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਆਈ ਬਟਨ ਦੇ ਵਿੱਚ ਵੀ ਹੋਏਗੀ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਦਿੱਤਾ ਹੋਏਗਾ। ਤੁਸੀਂ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਜੀ, ਪੂਰੀ ਕਲਾਸ ਨੂੰ ਵੇਖਣਾ ਹੈ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਇੱਕ ਸ਼ੇਅਰ ਦੇ ਨਾਲ ਤੁਸੀਂ ਇੱਕ ਵਿਦਿਆਰਥੀ ਦਾ ਭਲਾ ਕਰ ਸਕਦੇ ਹੋ। ਇਸ ਦੇ ਨਾਲ ਉਹਦਾ ਸਿਲੇਬਸ ਪੂਰਾ ਹੋ ਜਾਏਗਾ। ਤਾਂ ਇਸ ਦੇ ਵਿੱਚ ਆਪਾਂ ਜਿਹੜੀ ਚੀਜ਼ਾਂ ਸਿੱਖੀਆਂ ਨੇ ਥੋੜ੍ਹਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ। ਇਹਦੇ ਵਿੱਚ ਅੱਜ ਆਪਾਂ ਕੀਤਾ ਸੀ ਅਨੁਕੂਲਨ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਆਪਣੇ ਕਾਰਕ ਸੀ ਉਹ ਕੀਤਾ ਸੀ। ਇਸ ਤੋਂ ਇਲਾਵਾ ਅਧਿਆਪਕ ਕਿਸ ਤਰੀਕੇ ਦੇ ਨਾਲ ਇਸ ਨੂੰ ਲਾਗੂ ਕਰ ਸਕਦਾ ਹੈ। ਤਾਂ ਇਹ ਕੁਝ ਇੱਕ ਆਪਾਂ ਚੀਜ਼ਾਂ ਕੀਤੀਆਂ ਸੀ। ਜੇਕਰ ਤੁਹਾਨੂੰ ਕਲਾਸ ਚੰਗੀ ਲੱਗੀ ਹੋਏ ਤਾਂ ਲਾਈਕ ਕਰਨਾ ਹੈ ਜੀ, ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਧੰਨਵਾਦ, ਤੁਹਾਡਾ ਦਿਨ ਸ਼ੁਭ ਹੋਵੇ।